ਬੱਚਿਓ ਅੱਜ ਦੇ ਐਮਪੀਪੀ ਦੀ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੋਸਟ ਕਲੋਨੀਅਲ ਲਿਟਰੇਚਰ ਦੇ ਨਾਲ ਜਾਂ ਪੋਕੋ ਦੇ ਨਾਲ ਪੋਸਟ ਕਲੋਨੀਅਲ ਥਿਊਰੀ ਦੇ ਨਾਲ ਰਿਲੇਟਡ ਇੱਕ ਟੌਪਿਕ ਜਿਹੜਾ ਹੈ ਡਿਸਕਸ ਕਰਾਂਗੇ, ਜਿਹਨੂੰ ਅਸੀਂ ਓਰੀਐਂਟਲਿਜ਼ਮ ਕਹਿੰਦੇ ਹਾਂ। ਠੀਕ ਹੈ, ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਤੁਹਾਨੂੰ। ਮੈਂ ਤੇ ਤੁਹਾਡੇ ਨਾਲ ਇੱਕ ਜਿਹੜਾ ਹੈ ਪੀਪੀਟੀ ਸ਼ੇਅਰ ਕਰਨ ਲੱਗਾ ਹੈ। ਠੀਕ ਹੈ ਜੀ। ਹੁਣ ਮੈਂ ਕੱਲ ਤੁਹਾਨੂੰ ਜਿਹੜਾ ਸੀਗਾ ਪਿਛਲੇ 2 ਲੈਕਚਰਸ ਦੇ ਵਿੱਚ ਜਿਹੜਾ ਸੀਗਾ ਪੋਸਟ ਜਿਹੜਾ ਕਲੋਨੀਅਲਿਜ਼ਮ ਹੈ ਜਾਂ ਉੱਤਰ ਬਸਤੀਵਾਦ ਹੈ ਉਹਦੇ ਬਾਰੇ ਜਿਹੜਾ ਹੈ ਦੱਸਿਆ ਸੀਗਾ, ਅਤੇ ਤੁਸੀਂ ਇਹਨਾਂ ਲੈਕਚਰਸ ਨੂੰ ਜਿਹੜਾ ਹੈ ਧਿਆਨ ਨਾਲ ਸੁਣੀਏ ਤਾਂ ਤੁਹਾਨੂੰ ਇਹਦਾ ਮੀਨਿੰਗ ਜਿਹੜਾ ਹੈਗਾ ਉਹ ਕਲੀਅਰ ਹੋ ਜਾਏਗਾ। ਹੁਣ ਪੋਸਟ ਕਲੋਨੀਅਲਿਜ਼ਮ ਦੇ ਨਾਲ ਸੰਬੰਧਿਤ ਜਾਂ ਉੱਤਰ ਬਸਤੀਵਾਦ ਦੇ ਨਾਲ ਸੰਬੰਧਿਤ ਇੱਕ ਟਰਮ ਹੈ ਜਿਹਨੂੰ ਅਸੀਂ ਓਰੀਐਂਟਲਿਜ਼ਮ ਕਹਿੰਦੇ ਹਾਂ। ਓਰੀਐਂਟਲਿਜ਼ਮ ਦਾ ਮਤਲਬ ਹੁੰਦਾ ਹੈ, ਓਰੀਐਂਟ ਵਰਡ ਅਸੀਂ ਯੂਜ਼ ਕਰਦੇ ਹਾਂ ਉਹਨਾਂ ਦੇਸ਼ਾਂ ਵਾਸਤੇ ਜਿਹੜੇ ਦੇਸ਼ ਈਸਟ ਦੇ ਵਿੱਚ ਨੇ, ਜਿਹੜੇ ਦੇਸ਼ ਕਿਸੇ ਵੇਲੇ ਗੁਲਾਮ ਸੀ, ਜਿਹੜੇ ਦੇਸ਼ ਕਿਸੇ ਨਾ ਕਿਸੇ ਜਿਹੜੀ ਬਸਤੀਵਾਦੀ ਤਾਕਤ ਸੀ ਉਹਦੇ ਅਧੀਨ ਸੀ, ਉਹਨਾਂ ਦੇਸ਼ਾਂ ਨੂੰ ਅਸੀਂ ਓਰੀਐਂਟ ਦੇਸ਼ ਕਹਿੰਦੇ ਹਾਂ। ਔਰ ਜਿਹੜੇ ਦੇਸ਼ ਡਿਵੈਲਪਡ ਨੇ, ਜਿਨ੍ਹਾਂ ਨੇ ਬਸਤੀਆਂ ਕਾਇਮ ਕੀਤੀਆਂ ਸੀ, ਜਿਨ੍ਹਾਂ ਨੇ ਬਸਤੀਆਂ ਬਣਾਈਆਂ ਸੀ, ਉਹਨਾਂ ਦੇਸ਼ਾਂ ਨੂੰ ਅਸੀਂ ਆਕਸੀਡੈਂਟਲ ਦੇਸ਼ ਕਹਿੰਦੇ ਹਾਂ। ਹੁਣ ਇਹ ਜਿਹੜਾ ਸਾਰਾ ਬਿਰਤਾਂਤ ਹੈਗਾ ਹੈ ਉਹ ਐਡਵਰਡ ਸੈਡ ਨੇ ਆਪਣੀ ਪੁਸਤਕ ਜਿਹੜੀ ਹੈਗੀ ਹੈ ਓਰੀਐਂਟਲਿਜ਼ਮ ਉਹਦੇ ਵਿੱਚ ਉਹਨੇ ਇਹ ਸਾਰੀ ਗੱਲ ਜਿਹੜੀ ਹੈ ਕੀਤੀ ਹੈ। ਹੁਣ ਐਡਵਰਡ ਸੈਡ ਨੇ ਜਿਹੜੇ ਆਪਣਾ ਜਿਹੜਾ ਇਹ ਤੁਸੀਂ ਕਹਿ ਲਓ ਵਿਸਤ੍ਰਿਤ ਅਧਿਐਨ ਜਿਹੜਾ ਸੀਗਾ ਆਪਣੀ ਪੁਸਤਕ ਦੇ ਵਿੱਚ ਉਹਦੇ ਬਾਰੇ ਚਰਚਾ ਕੀਤੀ ਹੈ। ਇਸ ਬੁੱਕ ਨੂੰ ਅਸੀਂ ਜਿਹੜਾ ਹੈ 3 ਪਾਰਟਸ ਦੇ ਵਿੱਚ ਜਿਹੜਾ ਹੈ ਵੰਡ ਸਕਦੇ ਹਾਂ, ਅਤੇ ਪੋਸਟ ਕਲੋਨੀਅਲਿਜ਼ਮ ਨੂੰ ਅਸੀਂ ਸ਼ੋਰਟ ਫਾਰਮ ਦੇ ਵਿੱਚ ਪੋਕੋ ਕਹਿੰਦੇ ਹਾਂ, POC। ਸੋ ਪਹਿਲੀ ਗੱਲ ਸਮਝਣ ਦੀ ਇੱਥੇ ਲੋੜ ਇਹ ਹੈ ਕਿ ਜਿਹੜਾ ਉੱਤਰ ਬਸਤੀਵਾਦ ਸੀਗਾ ਉਹਦੇ ਵਿੱਚ 2 ਤਰ੍ਹਾਂ ਦੇ ਐਕਟਰ ਸੀਗੇ, ਜਾਂ 2 ਤਰ੍ਹਾਂ ਦੀਆਂ ਪਰਿਸਥਿਤੀਆਂ ਸੀਗੀਆਂ, ਜਾਂ 2 ਤਰ੍ਹਾਂ ਦੇ ਜਿਹੜੇ ਹੈ ਵਿਚਾਰ ਸੀਗੇ। ਇੱਕ ਪਾਸੇ ਉਹ ਦੇਸ਼ ਸੀਗੇ ਜਾਂ ਇੱਕ ਪਾਸੇ ਉਹ ਬਸਤੀਵਾਦੀ ਤਾਕਤਾਂ ਸੀਗੀਆਂ ਜਿਨ੍ਹਾਂ ਨੇ ਜਿਹੜੀਆਂ ਆਪਣੀਆਂ ਕਾਲੋਨੀਜ਼ ਕਾਇਮ ਕਰਕੇ ਜਿਹੜਾ ਹੈ ਪੂਰੇ ਵਿਸ਼ਵ ਉੱਤੇ ਰਾਜ ਕੀਤਾ। ਹੁਣ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਪਾਰਟਿਕੂਲਰਲੀ ਜਿਹੜਾ ਏਸ਼ੀਆ ਸੀਗਾ, ਅਫਰੀਕਾ ਸੀਗਾ ਅਤੇ ਸਾਊਥ ਅਮਰੀਕਾ ਸੀਗਾ, ਜਿਹੜੇ ਬਸਤੀਵਾਦੀ ਦੇਸ਼ ਸੀਗੇ ਉਹ ਬਸਤੀਵਾਦੀ ਤਾਕਤਾਂ ਦੇ ਚੁੰਗਲ ਦੇ ਵਿੱਚੋਂ ਉਹਨਾਂ ਨੂੰ ਆਜ਼ਾਦੀ ਮਿਲਣੀ ਸ਼ੁਰੂ ਹੋ ਗਈ। ਹੁਣ ਜਿੱਦਾਂ ਆਪਾਂ ਭਾਰਤ ਦੀ ਗੱਲ ਕਰੀਏ, ਭਾਰਤ ਜਿਹੜਾ ਸੀਗਾ 1945 ਦੇ ਵਿੱਚ ਜਿਹੜਾ ਸੀਗਾ ਆਜ਼ਾਦ ਹੋ ਗਿਆ। 1947 ਦੇ ਵਿੱਚ 15 ਅਗਸਤ 1947 ਨੂੰ ਆਜ਼ਾਦ ਹੋਇਆ। ਇਸੇ ਤਰ੍ਹਾਂ ਸ੍ਰੀਲੰਕਾ ਦੀ ਗੱਲ ਕਰੀਏ, ਬਰਮਾ ਦੀ ਗੱਲ ਕਰੀਏ, ਸੋ ਇਹ ਜਿਹੜੇ ਸਾਰੇ ਦੇਸ਼ ਸੀਗੇ 1945 ਤੋਂ ਲੈ ਕੇ 1960 ਦਾ ਜਿਹੜਾ ਪੀਰੀਅਡ ਸੀਗਾ ਉਹਦੇ ਵਿੱਚ ਆਜ਼ਾਦ ਹੋਏ। ਅਫਰੀਕਾ ਦੇ ਜਿਹੜੇ ਕੁਝ ਦੇਸ਼ ਸੀਗੇ 1960 ਤੋਂ ਬਾਅਦ ਵੀ ਜਿਹੜਾ ਸੀਗਾ ਜਿਹੜੇ ਸੀਗੇ ਆਜ਼ਾਦ ਹੋਏ। ਠੀਕ ਹੈ, ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਓਰੀਐਂਟਲਿਜ਼ਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਓਰੀਐਂਟਲਿਜ਼ਮ ਦੇ ਵਿੱਚ ਜਿਹੜਾ ਹੈ ਐਡਵਰਡ ਸੈਡ ਨੇ ਉਹਨਾਂ ਦੇਸ਼ਾਂ ਦਾ ਖੰਡਨ ਕੀਤਾ ਆਪਣੀ ਪੁਸਤਕ ਦੇ ਵਿੱਚ ਜਿਹੜੇ ਦੇਸ਼ ਕਿਸੇ ਵਕਤ ਜਿਹੜਾ ਬਸਤੀਵਾਦੀ ਦੇਸ਼ ਸੀਗੇ, ਉਹਨਾਂ ਨੇ ਜਿਹੜਾ ਆਪਣਾ ਸੱਭਿਆਚਾਰਕ ਇੰਪੈਕਟ ਛੱਡਿਆ, ਉਹਨਾਂ ਨੇ ਜਿਹੜਾ ਲਿਟਰੇਚਰ ਦੇ ਫੀਲਡ 'ਚ ਆਪਣਾ ਇੰਪੈਕਟ ਛੱਡਿਆ ਜਾਂ ਹੋਰ ਕਿਸੇ ਫੀਲਡ 'ਚ ਜਿਹੜਾ ਇੰਪੈਕਟ ਛੱਡਿਆ, ਉਹ ਜਿਹੜਾ ਸੀਗਾ ਉਹ ਇੰਪੈਕਟ ਜਿਹੜਾ ਸੀਗਾ ਉਹਦਾ ਜਿਹੜਾ ਅਸਰ ਸੀਗਾ ਆਉਣ ਵਾਲੀਆਂ ਜਿਹੜੀਆਂ ਸ਼ਤਾਬਦੀਆਂ 'ਚ ਸੀਗੀਆਂ ਉਹਦੇ ਵਿੱਚ ਵੀ ਪਿਆ। ਹੁਣ ਜਿਹੜੀ ਐਡਵਰਡ ਸੈਡ ਦੀ ਬੁੱਕ ਹੈਗੀ ਹੈ ਓਰੀਐਂਟਲਿਜ਼ਮ, ਉਹਨੇ 1978 ਦੇ ਵਿੱਚ ਲਿਖੀ ਸੀ। ਇਹ ਬੁੱਕ ਨੂੰ ਅਸੀਂ ਜਿਹੜਾ ਹੈ 3 ਪਾਰਟਸ ਦੇ ਵਿੱਚ ਅਸੀਂ ਜਿਹੜਾ ਹੈ ਵੰਡ ਸਕਦੇ ਹਾਂ। ਇਹਦੇ ਵਿੱਚ ਉਸਨੇ ਜਿਹੜਾ ਹੈ ਓਰੀਐਂਟਲਿਜ਼ਮ ਜਿਹੜਾ ਹੈਗਾ ਉਹਦਾ ਉਹਦੇ ਸਕੋਪ ਬਾਰੇ ਦੱਸਿਆ। ਠੀਕ ਹੈ, ਉਹਦਾ ਸਕੋਪ ਡਿਸਕਸ ਕੀਤਾ। ਦੂਸਰੀ ਗੱਲ, ਜਿਹੜਾ ਆਪਣੇ ਜਿਹੜਾ ਓਰੀਐਂਟ ਸਟਰਕਚਰ ਹੈ ਜਾਂ ਜਿਹੜਾ ਢਾਂਚਾ ਹੈ ਉਹਨੂੰ ਰੀਸਟਰਕਚਰ ਕਿੱਦਾਂ ਕੀਤਾ ਜਾਏ। ਠੀਕ ਹੈ, ਉਹਦੇ ਬਾਰੇ ਦੱਸਿਆ। ਤੇ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਜਿਹੜਾ ਓਰੀਐਂਟਲ ਥਿਊਰੀ ਹੈ ਉਹ ਕਿੰਨੀ ਕੁ ਜਿਹੜੀ ਹੈ ਰੈਲੇਵੈਂਟ ਹੈਗੀ ਹੈ ਜਾਂ ਕਿੰਨੀ ਕੁ ਜਿਹੜੀ ਜ਼ਿਆਦਾ ਮਹੱਤਵਪੂਰਨ ਹੈਗੀ ਹੈ ਉਹਦੇ ਬਾਰੇ ਦੱਸਿਆ। ਹੁਣ ਇੱਥੇ ਤੁਹਾਨੂੰ ਇੱਕ ਗੱਲ ਸਮਝਣੀ ਪਊਗੀ ਕਿ ਅਸੀਂ
ओरीएंट जिहड़ा शब्द है ਉਹਦੇ ਤੋਂ ਕੀ अर्थ ਲੈਣੇ ਆ। ओरीएंट शब्द ਦਾ ਇੱਥੇ अर्थ ਹੈਗਾ ਹੈ ਉਹ ਦੇਸ਼ ਜਿਹੜੇ ਕਿ ਈਸਟ ਵਿੱਚ ਪੈਂਦੇ ਨੇ, ਉਹਨਾਂ ਦੇਸ਼ਾਂ ਨੂੰ ਅਸੀਂ ओरीएंट ਕਹਿੰਦੇ ਆ। ਜਾਂ ਉਹ ਦੇਸ਼ ਜਿਹੜੇ ਕਿ ਵਿਕਾਸਸ਼ੀਲ ਦੇਸ਼ ਨੇ, ਉਹ ਦੇਸ਼ ਜਿਹੜੇ ਕਿ ਕਿਸੇ ਵੇਲੇ ਬਸਤੀਵਾਦ ਦੇ ਅਧੀਨ ਸੀ, ਜਾਂ ਉਹ ਬਸਤੀਵਾਦੀ ਜਿਹੜੀਆਂ ਕਾਲੋਨੀਆਂ ਸੀਗੀਆਂ, ਉਹਨਾਂ ਦੇਸ਼ਾਂ ਨੂੰ ਅਸੀਂ ओरीएंट ਕਹਿੰਦੇ ਆ। ਅੱਛਾ, ਹੁਣ ਜਿਹੜੇ ਯੂਰਪੀਅਨ ਦੇਸ਼ ਸੀਗੇ, ਯੂਰਪੀਅਨ ਜਿਹੜੇ ਦੇਸ਼ ਸੀਗੇ, ਉਹਨਾਂ ਨੂੰ ਅਸੀਂ ਆਕਸੀਡੈਂਸ਼ਲ ਜਿਹੜਾ ਹੈ ਆਕਸੀਡੈਂਟਲ ਦੇਸ਼ ਕਹਿੰਦੇ ਆ। ਉਹਨਾਂ ਦੇਸ਼ਾਂ ਨੂੰ ਅਸੀਂ ਆਕਸੀਡੈਂਟਲ ਦੇਸ਼ ਕਹਿੰਦੇ ਆ। ਉਹ ਜਿਹੜੇ ਆਕਸੀਡੈਂਟਲ ਦੇਸ਼ ਹੈ ਉਹਨਾਂ ਵਿੱਚ ਅਸੀਂ ਉਹਨਾਂ ਯੂਰਪੀਅਨ ਤਾਕਤਾਂ ਨੂੰ ਸ਼ਾਮਿਲ ਕਰਦੇ ਹਾਂ ਜਿਹੜੀਆਂ ਨੂੰ ਅਸੀਂ ਬਸਤੀਵਾਦੀ ਤਾਕਤਾਂ ਦੇ ਨਾਂ ਨਾਲ ਵੀ ਜਾਣਦੇ ਹਾਂ, ਜਿੱਦਾਂ ਇੰਗਲੈਂਡ ਹੋ ਗਿਆ, ਫਰਾਂਸ ਹੋ ਗਿਆ, ਪੁਰਤਗਾਲ ਹੋ ਗਿਆ, ਜਾਂ ਹੋਰ ਕੋਈ ਦੇਸ਼ ਹੋ ਗਿਆ। ਸੋ ਇਹਦੇ ਵਿੱਚ ਅਸੀਂ ਅਮਰੀਕਾ ਨੂੰ ਸ਼ਾਮਿਲ ਨਹੀਂ ਕਰਾਂਗੇ, ਕਿਉਂਕਿ ਜਿਹੜਾ ਅਮਰੀਕਾ ਸੀਗਾ ਉਹ 17ਵੀਂ ਸ਼ਤਾਬਦੀ ਦੇ ਵਿੱਚ ਹੀ 18ਵੀਂ ਸ਼ਤਾਬਦੀ ਦੇ ਵਿੱਚ ਹੀ ਜਿਹੜਾ ਇੰਡੀਪੈਂਡੈਂਟ ਹੋ ਗਿਆ ਸੀ। 18ਵੀਂ ਸ਼ਤਾਬਦੀ ਦੇ ਵਿੱਚ ਹੀ ਜਿਹੜਾ ਸੀਗਾ ਉਹ ਤੁਸੀਂ ਕਹਿ ਲਓ ਆਜ਼ਾਦ ਹੋ ਗਿਆ ਸੀ। ਸੋ ਅਮਰੀਕਾ ਨੂੰ ਅਸੀਂ ਪੋਕੋ ਦੇ ਵਿੱਚ ਜਿਹੜਾ ਹੈ ਸ਼ਾਮਿਲ ਨਹੀਂ ਕਹਿੰਦੇ। ਸੋ ਇੱਥੇ ਹੁਣ ਮੈਂ ਦੋ ਚੀਜ਼ਾਂ ਦਾ ਅਰਥ ਜਿਹੜਾ ਕਲੀਅਰ ਕਰ ਦਿੱਤਾ ਕਿ ओरीएंट ਸ਼ਬਦ ਦਾ ਕੀ ਅਰਥ ਹੈ ਔਰ ਆਕਸੀਡੈਂਟਲ ਸ਼ਬਦ ਦਾ ਕੀ ਅਰਥ ਹੈ। ਇਹ ਦੋ ਚੀਜ਼ਾਂ ਜਿਹੜੀਆਂ ਮੈਂ ਕਲੀਅਰ ਕਰ ਦਿੱਤੀਆਂ। ਫਿਰ ਉਸ ਤੋਂ ਬਾਅਦ ਠੀਕ ਹੈ ਜੀ, ਹੁਣ ਐਡਵਰਡ ਸੈਡ ਨੇ ओरिएंटलिज्म की गल की अपनी किताब च, अंपीरियलिज्म वाल की गल की, साम्राज्यवाद जिन्हों आप कहने उसकी गल की। फिर इन्हों का जी पावर पॉलिटिक्स सी वो की रोल सीगा उसकी भी गल उन्हें अपनी किताब के जी है की हुई है। उस तो बाद 1978 के जिहड़ा 1978 ਦੇ ਵਿੱਚ ਐਡਵਰਡ ਸੈਡ ਨੇ ਇਹ ਕਿਹਾ ਕਿ ਯੂਰਪੀਅਨ ਕਲਚਰ ਗੇਨਡ ਸਟਰੈਂਥ ਐਂਡ ਆਇਡੈਂਟੀਟੀ ਬਾਈ ਸੈਟਿੰਗ ਇਟਸੈਲਫ ਅਗੇਂਸਟ ओरिएंट ਐਜ਼ ਅ ਸੌਰਟ ਆਫ segregate or even underground self. Orientalism as a Western style of dominating, restructuring, having authority over Orient. ਹੁਣ ओरिएंट ਦਾ ਮਤਲਬ ਤੁਹਾਨੂੰ ਕਲੀਅਰ ਹੈ। ओरिएंट ਉਹ ਦੇਸ਼ ਨੇ ਜਿਹੜੇ ਕਿ ਕਿਸੇ ਵੇਲੇ ਗੁਲਾਮ ਸੀ, ਜਿਹੜੇ ਕਿ ਕਿਸੇ ਵੇਲੇ ਬਸਤੀਆਂ ਸੀ, ਉਹਨਾਂ ਨੂੰ ਅਸੀਂ ओरिएंट देश ਜਿਹੜੇ ਹੈ ਕਹਿੰਦੇ ਆ। ਸੋ ਜਿਹੜੇ ਯੂਰਪੀਅਨ ਦੇਸ਼ ਸੀਗੇ, ਜਿਹੜੇ ਬਸਤੀਵਾਦੀ ਤਾਕਤਾਂ ਸੀਗੀਆਂ, ਉਹ ਜਿਹੜੀ ਆਪਣੀ ਜਿਹੜੀ ਨਸਲ ਸੀਗੀ ਉਹਨੂੰ ਸੁਪੀਰੀਅਰ ਸਮਝਦੇ ਸੀ। ਉਹ ਜਿਹੜੇ ਆਪਣੀ ਉਹਨਾਂ ਦੀ ਨਸਲ ਦੇ ਲੋਕ ਨਹੀਂ ਸੀ, ਉਹਨਾਂ ਦਾ ਜਿਹੜਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸ਼ੋਸ਼ਣ ਜਿਹੜਾ ਸੀਗਾ ਉਹ ਕਰ ਰਹੇ ਸੀ। ਔਰ ਜਿਹੜੇ ਲੋਕ ਸੀਗੇ, ਇਹ ਜਿਹੜੇ ओरिएंट ਲੋਕ ਸੀਗੇ, ਉਹਨਾਂ ਨੂੰ ਜਿਹੜਾ ਸੀਗਾ ਅਨਸਿਵਲਾਈਜ਼ਡ ਮੰਨਦੇ ਸੀ, ਸੈਵੇਜ ਮੰਨਦੇ ਸੀ। ਉਹ ਮਤਲਬ ਉਹਨਾਂ ਨੂੰ ਜਿਹੜਾ ਸੀਗਾ ਚੰਗਾ ਨਹੀਂ ਸਮਝਦੇ ਸੀ, ਉਹਨਾਂ ਨੂੰ ਹੀਨ ਭਾਵਨਾ ਦੇ ਨਾਲ ਜਿਹੜਾ ਸੀਗਾ ਦੇਖਦੇ ਸੀ। ਠੀਕ ਹੈ ਜੀ। ਸੋ ਬੇਸਿਕਲੀ ਜਿਹੜਾ ओरिएंटलिज्म ਹੈਗਾ ਹੈ ਉਹ ਇਸ ਸਾਰੀ ਚੀਜ਼ ਦੇ ਨਾਲ ਜਿਹੜਾ ਹੈ ਸੰਬੰਧਿਤ ਜਿਹੜਾ ਹੈਗਾ। ਹੁਣ ਅਗਲੀ ਸਲਾਈਡ ਤੇ ਆਪਾਂ ਆ ਜਾਂਦੇ ਹਾਂ। ਸੋ ਇਹ ਇੱਕ ਇੱਥੇ ਨਕਸ਼ਾ ਜਿਹੜਾ ਹੈਗਾ ਦਿਖਾਇਆ ਹੋਇਆ, ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਕਿੱਦਾਂ ਜਿਹੜਾ ਹੈ ਮਤਲਬ ਜਿਹੜੇ ਆਕਸੀਡੈਂਟਲ ਦੇਸ਼ ਸੀਗੇ ਉਹਨਾਂ ਨੇ ओरिएंट ਦੇਸ਼ਾਂ ਨੂੰ ਆਪਣਾ ਜਿਹੜਾ ਸੀਗਾ ਗੁਲਾਮ ਜਿਹੜਾ ਸੀਗਾ ਬਣਾਇਆ। ਅਗਲੀ ਸਲਾਈਡ। ओरिएंटलिज्म कैन बी क्रिटिकल टूल टू एग्जामिन द वैलिडिटी ऑफ लिटरेचर। अगर ਅਸੀਂ ਥਿਊਰੀ ਦੇ ਪੱਖ ਤੋਂ ਗੱਲ ਕਰੀਏ, ਠੀਕ ਹੈ ਜੀ, ਅਗਰ ਅਸੀਂ ਥਿਊਰੀ ਦੇ ਪੱਖ ਤੋਂ ਗੱਲ ਕਰੀਏ ਤਾਂ ਜਿਹੜੀਆਂ ਕਾਲੋਨੀਜ਼ 1945 ਤੋਂ ਲੈ ਕੇ 1960 ਦੇ ਦਸ਼ਕ ਤੱਕ ਜਿਹੜੀਆਂ ਸੀਗੀਆਂ ਆਜ਼ਾਦ ਹੋਈਆਂ, ਉਹ ਥਿਓਰੈਟੀਕਲ ਟਰਮਸ 'ਚ ਉਹਨਾਂ ਦੇਸ਼ਾਂ ਦੇ ਵਿੱਚ ਕਿੱਦਾਂ ਦਾ ਨਸਲੀ ਜਿਹੜਾ ਹੈ ਸੰਬੰਧ ਜਿਹੜਾ ਹੈ ਸਥਾਪਿਤ ਹੋਇਆ। ਫਿਰ ਉਹਨਾਂ ਦੇ ਵਿੱਚ ਜਿਹੜੀ ਹਿਊਮਨ ਆਇਡੈਂਟੀਟੀ ਕਿੱਦਾਂ ਸਥਾਪਿਤ ਹੋਈ, ਉਹਨਾਂ ਦੇ ਵਿੱਚ ਜਿਹੜਾ ਸੀਗਾ ਇਹ ਸਾਰੀ ਸੈਟਿੰਗ। ਔਰ ਉਸ ਟਾਈਮ ਤੋਂ ਬਾਅਦ ਜਦੋਂ ਦੇਸ਼ ਕਾਲੋਨੀਜ਼ ਆਜ਼ਾਦ ਹੋ ਗਈਆਂ, ਇਹ ਟਰਮ ਜਿਹੜੀ ਹੈ ਲਿਟਰੇਚਰ ਦੇ ਵਿੱਚ ਵੀ ਯੂਜ਼ ਹੁੰਦੀ ਹੈ। ਇਹ ਟਰਮ ਜਿਹੜੀ ਹੈ ਤੁਸੀਂ ਇਹਨੂੰ ਸਮਝੋ ਧਿਆਨ ਨਾਲ, ਇਹ ਟਰਮ ਜਿਹੜੀ ਹੈ ਉਹ ਅਸੀਂ ਇਹਦਾ ਇਸਤੇਮਾਲ ਥਿਊਰੀ ਦੇ ਵਿੱਚ ਵੀ ਕਰਦੇ ਹਾਂ, ਰਾਜਨੀਤੀ ਦੇ ਵਿੱਚ ਵੀ ਕਰਦੇ ਹਾਂ। ਸੋ ਰਾਜਨੀਤੀ ਦੇ ਵਿੱਚ ਤਾਂ ਇਕਨੋਮਿਕ ਐਕਸਪਲੋਇਟੇਸ਼ਨ ਹੋਈ,
ਕਲਚਰਲ ਉਹਨਾਂ ਦੀ ਐਕਸਪਲੋਇਟੇਸ਼ਨ ਹੋਈ। ਸੋ ਜਦੋਂ ਆਜ਼ਾਦ ਹੋ ਗਏ ਉਸ ਉਹਨਾਂ ਦੀ ਆਜ਼ਾਦੀ ਤੋਂ ਬਾਅਦ ਕਿਸ ਤਰ੍ਹਾਂ ਦਾ ਜਿਹੜਾ ਹੈ ਸਾਹਿਤ ਜਾਂ ਕਿਸ ਤਰ੍ਹਾਂ ਦੀਆਂ ਰਚਨਾਵਾਂ ਜਿਹੜੀਆਂ ਹੈ ਸਾਡੇ ਸਾਹਮਣੇ ਆਈਆਂ। 1978 ਦੇ ਵਿੱਚ ਜਿਹੜੇ 1978 ਦੇ ਵਿੱਚ ਜਿਹੜਾ ਐਡਵਰਡ ਸੈਡ ਸੀਗਾ, ਉਸ ਤੋਂ ਬਾਅਦ ਹੀ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਪੋਕੋ ਹੈ ਉਹਦੀ ਸ਼ੁਰੂਆਤ ਹੋਈ ਜਾਂ ਪੋਸਟ ਕਲੋਨੀਅਲਿਜ਼ਮ ਦੀ ਜਿਹੜੀ ਸੀ ਸ਼ੁਰੂਆਤ ਜਿਹੜੀ ਸੀ ਉਹ ਹੋਈ। ਠੀਕ ਹੈ ਜੀ। ਕਲਚਰਲ ਇੰਪੀਰੀਅਲਿਜ਼ਮ ਦਾ ਕੀ ਇੰਪੈਕਟ ਪਿਆ? ਸੋ ਬੇਸਿਕਲੀ ਜਿਹੜਾ ਓਰੀਐਂਟਲਿਜ਼ਮ ਹੈਗਾ ਹੈ ਉਹ ਹੁਣ Edward said the term Orientalism was coined by E.S. Edward said, who said that due to cultural imperialism, the representation of Eastern Asian characters and culture, the media Eastern culture is habitually seen as inferior to Western culture. ਹੁਣ ਐਡਵਰਡ ਸੈਡ ਕੀ ਕਹਿੰਦਾ ਹੈ? ਐਡਵਰਡ ਸੈਡ ਕਹਿੰਦਾ ਹੈ ਕਿ ਜਿਹੜਾ ਕਲਚਰਲ ਇੰਪੀਰੀਅਲਿਜ਼ਮ ਮਤਲਬ ਸੱਭਿਆਚਾਰਕ ਜਿਹੜਾ ਸਾਮਰਾਜਯਵਾਦ ਸੀਗਾ ਉਹਦਾ ਪ੍ਰਤੀਨਿਧਤਵ ਕੌਣ ਕਰ ਰਿਹਾ ਸੀਗਾ? ਉਹਦਾ ਪ੍ਰਤੀਨਿਧਤਵ ਈਸਟ ਦੀਆਂ ਕੰਟਰੀਜ਼ ਜਿਹੜੀਆਂ ਓਰੀਐਂਟਲ ਕੰਟਰੀਜ਼ ਸੀਗੀਆਂ ਉਹ ਕਰ ਰਹੀਆਂ ਸੀਗੀਆਂ। ਠੀਕ ਹੈ। ਦੂਸਰੀ ਗੱਲ ਉਹ ਕਹਿ ਰਿਹਾ ਹੈ ਕਿ ਇਹ ਜਿਹੜੀਆਂ ਕੰਟਰੀਜ਼ ਸੀਗੀਆਂ ਓਰੀਐਂਟਲ ਕੰਟਰੀਜ਼ ਸੀਗੀਆਂ ਉਹ ਆਕਸੀਡੈਂਟਲ ਕੰਟਰੀਜ਼ ਜਾਂ ਵੈਸਟਰਨ ਕਲਚਰ ਤੋਂ ਇਹਨਾਂ ਨੂੰ ਇਨਫੀਰੀਅਰ ਸਮਝਿਆ ਜਾਂਦਾ ਸੀ, ਇਹਨਾਂ ਨੂੰ ਅੰਡਰ ਸਿਵਲਾਈਜ਼ਡ ਸਮਝਿਆ ਜਾਂਦਾ ਸੀ, ਇਹਨਾਂ ਨੂੰ ਸੈਵੇਜ ਸਮਝਿਆ ਜਾਂਦਾ ਸੀ। ਸੋ ਬੇਸਿਕਲੀ ਜਿਹੜਾ ਹੈ ਬਾਕੀ ਦਾ ਜਿਹੜਾ ਭਾਗ ਹੈ ਇਹਦੇ ਉੱਤੇ ਬਾਕੀ ਦਾ ਲੈਕਚਰ ਜਿਹੜਾ ਹੈਗਾ ਮੈਂ ਤੁਹਾਨੂੰ ਕੱਲ੍ਹ ਨੂੰ ਜਿਹੜਾ ਹੈ ਸਮਝਾਊਂਗਾ। 10 ਮਿੰਟ ਦਾ ਵੀਡੀਓ ਜਿਹੜਾ ਮੈਂ ਕੱਲ੍ਹ 10-12 ਮਿੰਟ ਦਾ ਵੀਡੀਓ ਪਾਊਂਗਾ, ਉਹਦੇ ਵਿੱਚ ਤੁਹਾਨੂੰ ਜਿਹੜਾ ਹੈ ਇਹਦਾ ਮੀਨਿੰਗ ਬਿਲਕੁਲ ਕਲੀਅਰ ਹੋ ਜਾਊਗਾ। ਅੱਜ ਮੈਂ ਤੁਹਾਨੂੰ ਇਹ ਟੌਪਿਕ ਜਿਹੜਾ ਹੈ ਇੰਟਰੋਡਿਊਸ ਜਿਹੜਾ ਹੈ ਕਰ ਦਿੱਤਾ ਹੈ। ਸੋ ਥੈਂਕ ਯੂ ਫॉर ਅਟੈਂਡਿੰਗ ਮਾਈ ਵਰਚੁਅਲ ਕਲਾਸ। ਥੈਂਕ ਯੂ ਵੈਰੀ ਮਚ।